ਹੁਣ ਅੱਗੇ ਵਧਦੇ ਹਾਂ ਫਟਾਫਟ ਖਬਰਾਂ ਤੋਂ ਬਾਅਦ ਕੁਝ ਖਬਰਾਂ ਵਿਸਥਾਰ ਦੇ ਨਾਲ ਦੇਖਾਂਗੇ ਤੇ ਗੱਲ ਹੋਵੇਗੀ ਕੋਰੋਨਾ ਦੀ। ਕੋਰੋਨਾ ਦਾ ਕਹਿਰ ਅਜੇ ਖਤਮ ਨਹੀਂ ਹੋਇਆ। ਜੀ ਹਾਂ, ਸਾਨੂੰ ਇਸ ਗੱਲ ਦਾ ਖਿਆਲ ਰੱਖਣ ਦੀ ਜ਼ਰੂਰਤ ਹੈ ਕਿ ਜਦੋਂ ਤੱਕ ਵੈਕਸੀਨ ਨਹੀਂ ਆਉਂਦੀ ਉਸ ਵੇਲੇ ਤੱਕ ਕੋਈ ਢਿੱਲ ਨਹੀਂ, ਕਿਉਂਕਿ ਬ੍ਰਿਟਨ ਦੇ ਵਿੱਚ, ਇੰਗਲੈਂਡ ਦੇ ਵਿੱਚ ਕੋਰੋਨਾ ਦਾ ਜੋ ਨਵਾਂ ਰੂਪ ਨਜ਼ਰ ਆ ਰਿਹਾ ਹੈ ਉਹ ਕਾਫੀ ਘਾਤਕ ਮੰਨਿਆ ਜਾ ਰਿਹਾ ਹੈ। ਕੋਰੋਨਾ ਵਾਇਰਸ ਦਾ ਨਵਾਂ ਵਰਜਨ ਕਈ ਦੇਸ਼ਾਂ ਦੇ ਵਿੱਚ ਕਹਿਰ ਮਚਾ ਰਿਹਾ ਹੈ। ਕੋਰੋਨਾ ਦਾ ਨਵਾਂ ਵੇਰੀਐਂਟ ਮਿਲਣ ਦੇ ਨਾਲ ਹੜਕੰਪ ਮਚਿਆ ਹੋਇਆ ਹੈ। ਆਲਮ ਇਹ ਹੈ ਕਿ ਕਈ ਇਲਾਕਿਆਂ ਦੇ ਵਿੱਚ ਇਹਤਿਆਤਨ ਸਖਤ ਲਾਕਡਾਊਨ ਲਗਾਇਆ ਜਾ ਚੁੱਕਾ ਹੈ। ਇਸ ਵਾਇਰਸ ਦੇ ਖਤਰਨਾਕ ਪ੍ਰਭਾਵਾਂ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ। ਐਤਵਾਰ ਦੇਰ ਸ਼ਾਮ ਭਾਰਤੀ ਸਿਹਤ ਮੰਤਰਾਲੇ ਨੇ ਜੁਆਇੰਟ ਮੋਨੀਟਰਿੰਗ ਗਰੁੱਪ ਦੇ ਨਾਲ ਉੱਚ ਪੱਧਰੀ ਬੈਠਕ ਕਰਦੇ ਹੋਏ ਕੋਰੋਨਾ ਵਾਇਰਸ ਦੇ ਇਸ ਨਵੇਂ ਵਰਜਨ ਤੇ ਚਰਚਾ ਕੀਤੀ। ਇਸ ਤਰ੍ਹਾਂ ਦੀ ਮੁਸੀਬਤ ਭਾਰਤ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਇਸ ਦੇ ਨਾਲ ਨਿਪਟਣ ਦੀ ਯੋਜਨਾ ਬਣਾਉਣ ਤੇ ਬੈਠਕ ਦੇ ਵਿੱਚ ਜ਼ੋਰ ਦਿੱਤਾ ਗਿਆ। ਦੱਸਦੇ ਕਿ ਬਰਤਾਨੀਆ ਦੇ ਵਿੱਚ ਕੋਰੋਨਾ ਮਿਊਟੇਸ਼ਨ ਆਉਣ ਦੇ ਬਾਅਦ ਅਚਾਨਕ ਕੇਸਾਂ ਦੇ ਵਿੱਚ ਵਾਧਾ ਹੋਇਆ। ਉੱਥੇ ਭਾਰਤ ਸਰਕਾਰ ਦੇ ਵੱਲੋਂ ਅਹਤਿਆਤ ਦੇ ਵਜੋਂ ਵੱਡਾ ਫੈਸਲਾ ਲਿਆ ਗਿਆ। ਭਾਰਤ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਭਾਰਤ ਦੇ ਵਿੱਚ ਬ੍ਰਿਟੇਨ ਦੀਆਂ ਫਲਾਈਟਾਂ ਤੇ 31 ਦਸੰਬਰ तक रोक लगा दी है। ब्रिटेन से जो हवाई जहाज है उसको भी सेवा बंद कर दिया गया है। तो फिलहाल हम लोग सारी तैयारी कर रहे हैं। इसमें मैं बार बार कहूँगा कि कोई बहुत अफवाह का बाजार गर्द न हो, लोग अफवाहों से सावधान रहें। और हम लोगों ने जब कोविड के कालखंड में वैश्विक महामारी में प्रधानमंत्री नरेंद्र भाई मोदी जी के नेतृत्व में उस पर कंट्रोल करने का पूरा प्रयास किया है, दुनिया में बेहतर काम किए हैं, तो निश्चित रूप से हम ऐसी सभी चीज़ों पर भी निपटने की पूरी क्षमता और हर प्रकार का सामर्थ्य हमारे भारत के लोगों में। कोविड केसेस की बढ़ोतरी बढ़ना जी आंकड़े वो नहीं है, एक नया स्ट्रेन है और उसको नया स्ट्रेन जो है उस पे उसकी जो स्प्रेड है उस पे अभी पूरी लोगों के पास जानकारी नहीं है। तो हमने यही निर्णय लिया है कि मिडनाइट कल से लेके एक टेम्पररी सस्पेंशन होगी और सारी हमारी जो फ्लाइट्स यूके को जा रही थी या यूके से आ रही थी वो 31 दिसंबर तक सस्पेंडेड रहेंगी। ਕਿਸੇ ਵੀ ਵਾਇਰਸ ਦੇ ਵਿੱਚ ਲਗਾਤਾਰ ਮਿਊਟੇਸ਼ਨ ਹੁੰਦਾ ਰਹਿੰਦਾ ਹੈ। ਜ਼ਿਆਦਾਤਰ ਵੇਰੀਐਂਟ ਖੁਦ ਹੀ ਮਿਊਟੇਟ ਹੋਣ ਦੇ ਬਾਅਦ ਮਰ ਜਾਂਦੇ ਨੇ, ਪਰ ਕਦੇ-ਕਦੇ ਵਾਇਰਸ ਮਿਊਟੇਟ ਹੋਣ ਦੇ ਬਾਅਦ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਮਜ਼ਬੂਤ ਤੇ ਖਤਰਨਾਕ ਹੋ ਕੇ ਸਾਹਮਣੇ ਆਉਂਦਾ ਹੈ। ਇਹ ਪ੍ਰਕਿਰਿਆ ਇੰਨੀ ਜਲਦੀ ਹੁੰਦੀ ਹੈ ਕਿ ਵਿਗਿਆਨੀਆਂ ਨੂੰ ਵੀ ਸਮਝਣ ਤੇ ਰਿਸਰਚ ਕਰਨ ਦੇ ਵਿੱਚ ਸਮਾਂ ਲੱਗਦਾ ਹੈ ਤੇ ਤਦ ਤੱਕ ਵਾਇਰਸ ਇੱਕ ਵੱਡੀ ਆਬਾਦੀ ਨੂੰ ਆਪਣੀ ਚਪੇਟ ਵਿੱਚ ਲੈ ਚੁੱਕਾ ਹੁੰਦਾ ਹੈ। ਜਿਵੇਂ ਕਿ ਬ੍ਰਿਟਨ ਸਮੇਤ ਕਈ ਦੇਸ਼ਾਂ ਦੇ ਵਿੱਚ ਅਜਿਹਾ ਹੀ ਨਜ਼ਰ ਆ ਰਿਹਾ ਹੈ। ਬਰਤਾਨੀਆ ਦੇ ਵਿੱਚ ਦਿਖੇ ਕੋਰੋਨਾ ਦੇ ਇਸ ਨਵੇਂ ਵਰਜਨ ਨੂੰ ਲੈ ਕੇ ਜਾਣਕਾਰਾਂ ਦੀ ਮੰਨੀਏ ਤਾਂ ਜਦੋਂ ਤੋਂ ਕੋਰੋਨਾ ਵਾਇਰਸ ਆਇਆ ਤਦ ਤੋਂ ਹੀ 4000 ਵਾਰ ਮਿਊਟੇਟ ਕਰ ਚੁੱਕਾ ਹੈ। ਹਾਲਾਂਕਿ ਵੇਖਣਾ ਹੋਵੇਗਾ ਕਿ ਬਰਤਾਨੀਆ ਦੇ ਵਿੱਚ ਵੱਧਦੇ ਹੋਏ ਕੋਰੋਨਾ ਦੇ ਕੇਸਾਂ ਦਾ ਅਸਲ ਕਾਰਨ ਕੀ ਹੈ। ਸੱਚ ਦੇ ਵਿੱਚ ਵਾਇਰਸ ਦਾ ਨਵਾਂ ਵਰਜਨ ਹੈ ਜਾਂ ਫਿਰ ਕੁਝ ਹੋਰ, ਜਿਸ ਤੇ ਅਜੇ ਰਿਸਰਚ ਦੀ ਜ਼ਰੂਰਤ ਹੈ। ਹਾਲਾਂਕਿ ਵਿਗਿਆਨੀਆਂ ਦੀ ਮੰਨੀਏ ਤਾਂ ਜੋ ਕੋਰੋਨਾ ਵੈਕਸੀਨ ਲੋਕਾਂ ਨੂੰ ਦਿੱਤਾ ਜਾ ਰਿਹਾ ਉਹ ਨਵੇਂ ਵਰਜਨ ਦੇ ਖਿਲਾਫ ਲੜਨ ਦੇ ਵਿੱਚ ਅਹਿਮ ਭੂਮਿਕਾ ਨਿਭਾਵੇਗਾ ਤੇ ਸਰੀਰ ਤੇ ਪ੍ਰਭਾਵੀ ਹੋਵੇਗਾ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਵੱਡੀ ਖਬਰ ਹੈ ਬ੍ਰਿਟਨ ਤੋਂ, ਜਿਸ ਤਰੀਕੇ ਦੇ ਨਾਲ ਉੱਥੇ ਨਵਾਂ ਰੂਪ ਨਜ਼ਰ ਆ ਰਿਹਾ ਹੈ ਕੋਰੋਨਾ ਦਾ। ਉਸ ਤੋਂ ਬਾਅਦ ਸਖਤੀ ਵਧਾਈ ਗਈ ਹੈ ਤੇ ਵੀ ਦੱਸ ਦਈਏ ਕਿ ਉੱਥੋਂ, ਜਿਵੇਂ ਰਿਪੋਰਟ 'ਚ ਅਸੀਂ ਤੁਹਾਨੂੰ ਦੱਸਿਆ ਕਿ ਉੱਥੋਂ ਫਲਾਈਟਸ ਵੀ ਫਿਲਹਾਲ ਸਸਪੈਂਡ ਕਰ ਦਿੱਤੀਆਂ ਗਈਆਂ ਨੇ। ਯਾਨੀ ਜੇਕਰ ਤੁਹਾਡਾ ਕੋਈ ਰਿਲੇਟਿਵ ਇੰਗਲੈਂਡ ਤੋਂ ਆ ਰਿਹਾ ਹੈ ਜਾਂ ਇੰਗਲੈਂਡ ਜਾਣਾ ਹੈ ਤਾਂ ਉਹ ਫਿਲਹਾਲ 31 ਦਸੰਬਰ ਤੱਕ ਨਹੀਂ ਜਾ ਸਕੇਗਾ। ਉਧਰ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ 에ਅਰਪੋਰਟ ਦੇ ਉੱਤੇ ਕੋਰੋਨਾ ਟੈਸਟ ਹੋ ਰਹੇ ਨੇ। ਅੰਮ੍ਰਿਤਸਰ ਤੋਂ ਵੱਡੀ ਖਬਰ ਹੈ ਜੀ, ਲੰਡਨ ਤੋਂ ਅੰਮ੍ਰਿਤਸਰ ਆਉਣ ਵਾਲੇ ਯਾਤਰੀਆਂ ਦੇ ਕੋਰੋਨਾ ਟੈਸਟ ਹੋਣਗੇ। ਰਾਤ 12:05 ਦੇ ਉੱਤੇ ਅੰਮ੍ਰਿਤਸਰ ਪਹੁੰਚੇਗੀ ਉਡਾਨ। ਯਾਤਰੀਆਂ ਦੇ ਰਿਸ਼ਤੇਦਾਰਾਂ ਨੂੰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਰਿਪੋਰਟ ਆਉਣ ਦੇ ਉੱਤੇ 7-8 ਘੰਟੇ ਦਾ ਸਮਾਂ ਲੱਗ ਸਕਦਾ ਹੈ। ਯਾਤਰੀਆਂ ਨੂੰ ਰਿਪੋਰਟ ਆਉਣ ਤੱਕ ਉਡੀਕ ਕਰਨੀ ਹੋਵੇਗੀ ਤੇ ਘਰ ਦੇ ਵਿੱਚ ਹੀ ਰਹਿਣਾ ਹੋਵੇਗਾ। ਇਹ ਵੱਡੀ ਖਬਰ ਹੈ ਇਸ ਸਮੇਂ ਦੀ ਅੰਮ੍ਰਿਤਸਰ ਨੂੰ ਲੈ ਕੇ। ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਇਸ ਸਮੇਂ ਅਪਡੇਟ ਹੈ। ਰਾਤ ਨੂੰ 12:05 ਦੇ ਉੱਤੇ ਇੱਕ ਫਲਾਈਟ ਆਏਗੀ ਜਿਹੜੀ ਲੰਡਨ ਤੋਂ ਅੰਮ੍ਰਿਤਸਰ ਪਹੁੰਚ ਰਹੀ ਹੈ ਤੇ ਜਿਹੜੇ ਵੀ ਉਸ ਦੇ ਵਿੱਚ ਮੁਸਾਫਰ ਆ ਰਹੇ ਨੇ, ਜੇਕਰ ਤੁਹਾਡਾ ਕੋਈ ਰਿਸ਼ਤੇਦਾਰ ਆ ਰਿਹਾ ਹੈ, ਤੁਸੀਂ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਜਾ ਰਹੇ ਹੋ ਤਾਂ ਇਸ ਸਮੇਂ ਤੁਹਾਡੇ ਲਈ ਵੱਡੀ ਖਬਰ ਹੈ। ਰਾਤ 12:05 ਦੇ ਉੱਤੇ ਜਿਹੜੀ ਅੰਮ੍ਰਿਤਸਰ ਪਹੁੰਚੇਗੀ ਉਡਾਨ, ਜਿਹੜੀ ਫਲਾਈਟ ਪਹੁੰਚ ਰਹੀ ਹੈ 12:05 ਤੇ ਰਾਤ ਜਾਂ ਤੁਸੀਂ ਅਗਲਾ ਦਿਨ ਹੋ ਜਾਏਗਾ, ਕਿਉਂਕਿ ਉਹ ਜੋ ਜਿਸ ਦਾ ਸਮਾਂ 12:05 ਦੇ ਉੱਤੇ ਪਹੁੰਚਣ ਦਾ, ਤਾਂ ਉਸ ਉਡਾਨ ਦੇ ਵਿੱਚ ਜਿਹੜੇ ਮੁਸਾਫਰ ਪਹੁੰਚਣਗੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਥੋੜਾ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਕਿਉਂਕਿ ਉੱਥੇ ਉਹਨਾਂ ਦਾ ਕਰੋਨਾ ਟੈਸਟ ਹੋਏਗਾ ਤੇ ਰਿਪੋਰਟ ਆਉਣ ਤੇ ਉਹਨਾਂ ਨੂੰ ਬਾਹਰ ਜਾਣ ਦਿੱਤਾ ਜਾਏਗਾ। 7-8 ਘੰਟੇ ਦਾ ਸਮਾਂ ਵੀ ਲੱਗ ਸਕਦਾ ਹੈ। ਜੇਕਰ ਬਿਲਕੁਲ ਔਨ ਟਾਈਮ ਫਲਾਈਟ ਲੈਂਡ ਕਰਦੀ ਹੈ 12:05 ਦੇ ਉੱਤੇ, ਤਾਂ ਉਸ ਤੋਂ ਬਾਅਦ ਤੁਸੀਂ ਰੱਖੋ ਕਿ ਤਕਰੀਬਨ ਅੱਧਾ ਪੌਣਾ ਘੰਟਾ ਲੱਗਦਾ ਹੈ ਉਹ ਸਾਰਾ ਚੈੱਕਆਊਟ ਕਰਨ ਦੇ ਲਈ, ਉੱਥੇ ਤੱਕ ਪਹੁੰਚਣਗੇ। ਉਸ ਤੋਂ ਬਾਅਦ ਉਹਨਾਂ ਦਾ ਟੈਸਟ ਹੋਏਗਾ ਤਾਂ 7-8 ਘੰਟੇ ਯਾਨੀ ਕਿ ਸਵੇਰ ਦੇ 8 ਵੱਜ ਸਕਦੇ ਨੇ ਜਦੋਂ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਪਾਓ। ਹੁਣ ਅੱਗੇ ਵਧਦੇ ਹਾਂ ਅਗਲੀ ਖਬਰ ਦਾ ਰੁਖ ਕਰਦੇ ਹਾਂ। ਪਾਕਿਸਤਾਨ ਦੇ ਵਿੱਚ ਬੈਠੇ ਦਹਿਸ਼ਤਗਰਦ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਤਾਜ਼ਾ ਮਿਸਾਲ ਸਰਹੱਦੀ ਇਲਾਕੇ ਗੁਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਆਈ ਹੈ, ਜਿੱਥੇ ਬੀਐਸਐਫ ਤੇ ਪੁਲਿਸ ਦੇ ਵੱਲੋਂ 11 ਗ੍ਰੇਨੇਡ ਬਰਾਮਦ ਕੀਤੇ ਗਏ ਨੇ, ਜਿਸ ਦੀ ਹਰ ਐਂਗਲ ਤੋਂ, ਇਸ ਪੂਰੇ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਵੀ ਜਾਰੀ ਹੈ। ਜਦੋਂ ਦੇਸ਼ ਦੇ ਵਿੱਚ ਵੱਡੇ ਅੰਦੋਲਨ ਚੱਲਦੇ ਨੇ, ਉਦੋਂ ਨਾਪਾਕ ਮੁਲਕ ਦੀਆਂ ਨਾਪਾਕ ਸਾਜ਼ਿਸ਼ਾਂ ਸਾਹਮਣੇ ਆਉਣ ਲੱਗਦੀਆਂ ਨੇ। ਤੇ ਇਸ ਮੁਲਕ ਨੂੰ ਪਤਾ ਹੈ ਕਿ ਉਂਝ ਤਾਂ ਆਪਸੀ ਭਾਈਚਾਰੇ ਨੂੰ ਬਖੇਰਿਆ ਨਹੀਂ ਜਾ ਸਕਦਾ ਤੇ ਕੁਝੀਆਂ ਚਾਲਾਂ ਦੇ ਨਾਲ ਹੀ ਕੋਸ਼ਿਸ਼ਾਂ ਕਰਕੇ ਵੇਖੀਆਂ ਜਾਣ। ਪਰ ਨਾਪਾਕ ਪਾਕਿਸਤਾਨ ਇਹ ਨਹੀਂ ਜਾਣਦਾ, ਜਦੋਂ ਇਸ ਮੁਲਕ ਦੇ ਵਿੱਚ ਬੈਠੀਆਂ ਸ਼ਰਾਰਤੀ ਤਾਕਤਾਂ ਨੇ ਅਜਿਹੀਆਂ ਘਿਨਾਉਣੀਆਂ ਹਰਕਤਾਂ ਕੀਤੀਆਂ ਤਾਂ ਭਾਰਤੀ ਖੁਫੀਆ ਏਜੰਸੀਆਂ ਤੇ ਭਾਰਤੀ ਫੌਜ ਨੇ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਹੈ, ਯਾਨੀ ਕਿ ਇਸ ਦੀਆਂ ਕੋਸ਼ਿਸ਼ਾਂ ਨੂੰ ਨਿਸਤ ਨਾਬੂਦ ਕੀਤਾ ਹੈ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਦਰਗਲਾ ਦੇ ਪਿੰਡ ਸਲਾਚ ਦਾ ਹੈ, ਜਿੱਥੇ ਬੀਤੇ ਦਿਨੀ ਬੀਐਸਐਫ ਦੇ ਵੱਲੋਂ ਇੱਕ ਡਰੋਨ ਜੋ ਕਿ ਪਾਕਿਸਤਾਨ ਵਾਲੇ ਪਾਸਿਓਂ ਆਇਆ ਸੀ ਤੇ 18 ਰੌਂਦ ਫਾਇਰ ਕੱਢੇ ਗਏ ਸਨ। ਭਾਰਤੀ ਫੌਜੀਆਂ ਦੇ ਕੋਲ ਖੁਫੀਆ ਏਜੰਸੀਆਂ ਦਾ ਇਨਪੁਟ ਸੀ ਕਿ ਪਾਕਿਸਤਾਨ ਡਰੋਨ ਦੇ ਰਾਹੀਂ ਕੋਈ ਕੋਝੀ ਹਰਕਤ ਕਰ ਸਕਦਾ ਹੈ, ਜੋ ਅਜਿਹੀ ਹਰਕਤ ਕੀਤੀ ਵੀ ਗਈ। ਪਾਕਿਸਤਾਨ ਵੱਲੋਂ 11 ਗ੍ਰੇਨੇਡ ਇੱਕ ਪੈਕਟ ਦੇ ਵਿੱਚ ਭਰ ਕੇ ਸੁੱਟੇ ਗਏ, ਜੋ ਕਿ ਹੁਣ ਪੁਲਿਸ ਦੇ ਹੱਥੀਂ ਚੜ ਚੁੱਕੇ ਨੇ। ਦੱਸ ਦਈਏ ਕਿ ਬੀਐਸਐਫ ਤੇ ਸਥਾਨਕ ਪੁਲਿਸ ਬੀਤੇ ਦਿਨ ਤੋਂ ਹੀ ਚੌਕਸ ਸੀ ਤੇ ਸਰਚ ਆਪਰੇਸ਼ਨ ਦੇ ਜ਼ਰੀਏ ਇਸ ਖੇਪ ਨੂੰ ਕਾਬੂ ਕੀਤਾ ਗਿਆ। ਮੈਨੂੰ ਸੀਕ੍ਰੇਟ ਇਨਫੋਰਮੇਸ਼ਨ ਮਿਲਤੇ ਥਾਣਾ ਤੋਂ ਫੋਰਸ ਲੈ ਕੇ ਸਰਚ ਕੀਤੀ ਤਾਂ ਕਮਾਦ ਦੀ ਇੱਕ ਨੁੱਕਰ ਤੋਂ ਇੱਕ ਡੱਬੇ ਵਿੱਚ 11 ਹੈਂਡ ਗ੍ਰੇਨੇਡ ਮਿਲੇ। ਐਸਐਚਓ ਨੇ ਦੱਸਿਆ ਕਿ ਇਹਨਾਂ ਨੂੰ ਪਹਿਲਾਂ ਹੀ ਇਨਪੁਟ ਮਿਲ ਚੁੱਕਿਆ ਸੀ, ਸੋ ਤਲਾਸ਼ੀ ਅਭਿਆਨ ਜਾਰੀ ਰੱਖਿਆ, ਜਿਸ ਦਾ ਨਤੀਜਾ ਇਹ ਸਾਹਮਣੇ ਆਇਆ। ਹਾਲਾਂਕਿ ਅਜੇ ਇਹ ਪਤਾ ਨਹੀਂ ਚੱਲ ਸਕਿਆ ਕਿ ਡਰੋਨ ਦੇ ਰਾਹੀਂ ਭੇਜੇ ਗ੍ਰੇਨੇਡ ਕਿਸ ਦੇ ਲਈ ਸਨ ਤੇ ਇਹਨਾਂ ਦਾ ਕਿੱਥੇ ਇਸਤੇਮਾਲ ਕੀਤਾ ਜਾਣਾ ਸੀ। ਫਿਲਹਾਲ ਜਾਂਚ ਜਾਰੀ ਹੈ ਤੇ ਜਲਦ ਕਿਸੇ ਵੱਡੇ ਖੁਲਾਸੇ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ, ਨਿਊਜ਼ 18 ਪੰਜਾਬ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਅੰਮ੍ਰਿਤਸਰ ਤੋਂ ਹੈ। ਅੰਮ੍ਰਿਤਸਰ ਦੇ ਵਿੱਚ ਮਰਹੂਮ ਐਸਐਮਓ ਦੀ ਪਤਨੀ ਦੇ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ। ਸਲਫਾਸ ਦੀਆਂ ਗੋਲੀਆਂ ਖਾ ਕੇ ਉਹਨਾਂ ਨੇ ਸਲਫਾਸ ਦੀਆਂ ਗੋਲੀਆਂ ਨਿਗਲ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਮਹਿਲਾ ਦੇ ਪਤੀ ਡਾਕਟਰ ਅਰੁਣ ਸ਼ਰਮਾ, ਉਹਨਾਂ ਦੀ ਕਰੋਨਾ ਦੀ ਵਜ੍ਹਾ ਦੇ ਨਾਲ ਮੌਤ ਹੋ ਗਈ ਸੀ। ਪਤੀ ਦੀ ਮੌਤ ਤੋਂ ਬਾਅਦ ਜੋ ਜਾਣਕਾਰੀ ਹੈ ਕਿ ਉਹਨਾਂ ਦੀ ਪਤਨੀ ਤਣਾਅ ਦੇ ਵਿੱਚ ਚੱਲ ਰਹੀ ਸੀ। ਮਹਿਲਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪ੍ਰਾਈਵੇਟ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਜਾਰੀ। ਇਸ ਸਮੇਂ ਇੱਕ ਹੋਰ ਵੱਡੀ ਖਬਰ ਹੈ ਮੰਦਭਾਗੀ ਇਸ ਪੂਰੇ ਮਾਮਲੇ ਨਾਲ ਜੁੜੀ ਹੋਈ ਕਿ ਉਹਨਾਂ ਦੀ ਪਤਨੀ ਦੀ ਮੌਤ ਹੋ ਗਈ ਹੈ। ਡਾਕਟਰ ਅਰੁਣ ਸ਼ਰਮਾ ਦੀ ਪਤਨੀ ਦੀ ਮੌਤ ਹੋ ਗਈ ਹੈ। ਖੁਦਕੁਸ਼ੀ ਦੀ ਜੋ ਕੋਸ਼ਿਸ਼ ਕੀਤੀ ਗਈ ਸੀ ਮਰਹੂਮ ਐਸਐਮਓ ਦੀ ਪਤਨੀ ਦੇ ਵੱਲੋਂ, ਉਹਨਾਂ ਨੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ ਸਨ। ਪ੍ਰਾਈਵੇਟ ਹਸਪਤਾਲ ਉਹਨਾਂ ਨੂੰ ਫੌਰਨ ਪਹੁੰਚਾਇਆ ਗਿਆ, ਪਰ ਇਸ ਸਮੇਂ ਵੱਡੀ ਹੈ ਜਾਣਕਾਰੀ ਕਿ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਹੈ। ਪਤੀ ਦੀ ਮੌਤ ਤੋਂ ਬਾਅਦ ਉਹ ਤਣਾਅ ਦੇ ਵਿੱਚ ਚੱਲ ਰਹੇ ਸੀ। ਮਹਿਲਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ, ਇਸ ਕਰਕੇ ਉਹਨਾਂ ਨੂੰ ਫੌਰੀ ਤੌਰ ਦੇ ਉੱਤੇ ਪ੍ਰਾਈਵੇਟ ਹਸਪਤਾਲ ਲਿਜਾਂਦਾ ਗਿਆ, ਉੱਥੇ ਹਸਪੀਟਲਾਈਜ਼ ਕੀਤਾ ਗਿਆ। ਡਾਕਟਰਾਂ ਨੇ ਬਹੁਤ ਮੁਸ਼ੱਕਤ ਕੀਤੀ ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਇਹ ਕਰੋਨਾ ਵਾਰੀਅਰਸ ਦੀ ਫੈਮਲੀਜ਼ ਨੇ ਬਹੁਤ ਮੰਦਭਾਗਾ, ਕਿਉਂਕਿ ਕਰੋਨਾ ਦਾ ਪੂਰਾ ਕਾਲ ਅਸੀਂ ਪਿਛਲੇ 8-10 ਮਹੀਨੇ ਦੇ ਵਿੱਚ ਪੂਰੇ ਦੇਸ਼ ਨੇ, ਦੁਨੀਆ ਨੇ ਦੇਖਿਆ। ਤਾਂ ਉਸ ਸਮੇਂ ਜਦੋਂ ਬਹੁਤ ਲੋਕ ਆਪਣੇ ਘਰਾਂ ਤੋਂ ਨਿਕਲਣ ਨੂੰ ਡਰ ਰਹੇ ਸੀ, ਉਸ ਸਮੇਂ ਇਹਨਾਂ ਹੈਲਥ ਵਰਕਰਸ ਦੇ ਵੱਲੋਂ ਖੂਬ ਫਰੰਟ ਲਾਈਨ ਦੇ ਉੱਤੇ ਆ ਕੇ ਕਰੋਨਾ ਪੇਸ਼ੈਂਟਸ ਦਾ ਇਲਾਜ ਕੀਤਾ ਗਿਆ ਤੇ ਇਸ ਦੌਰਾਨ ਡਾਕਟਰ ਅਰੁਣ ਵੀ ਕਰੋਨਾ ਦੀ ਲਪੇਟ ਦੇ ਵਿੱਚ ਆ ਗਏ ਤੇ ਉਹ ਕਰੋਨਾ ਤੋਂ ਆਪਣੀ ਜ਼ਿੰਦਗੀ ਦੀ ਜੰਗ ਵੀ ਹਾਰ ਗਏ। ਉਹਨਾਂ ਦੀ ਡੈਥ ਹੋ ਗਈ ਸੀ ਤੇ ਹੁਣ ਉਹਨਾਂ ਦੀ ਪਤਨੀ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਇਹ ਡਾਕਟਰ ਸੋਨੀਆ ਸੀ ਇੱਥੇ ਗਲੀ ਨੰਬਰ 2 ਵਿਜੇ ਨਗਰ। ਉਹ ਪਤਾ ਲੱਗਾ ਵੀ ਉਹਨੇ ਕੁਝ ਖਾ ਲਿਆ ਸਲਫਾਸ। ਉਹ ਕਿੰਨਾਂ ਦੇ ਮੈਸੇਜ ਹੈਗੇ ਸੀ? ਉਹ ਡਾਕਟਰ ਆਪਣੇ ਅਰੁਣ ਸੀ, ਡਾਕਟਰ ਅਰੁਣ ਸ਼ਰਮਾ। ਅਰੁਣ ਸ਼ਰਮਾ ਐਸਐਮਓ ਹੀ, ਉਹਨਾਂ ਦੇ ਪਿੱਛੇ ਕਰੋਨਾ ਡੈਥ ਹੋਈ। ਪਤਾ ਲੱਗਾ ਉਹਨੇ ਡੈਥ, ਉਹਨਾਂ ਦੀ ਮਤਲਬ ਵਾਈਫ ਹੈ। ਕਾਰਨ ਪਤਾ ਲੱਗਾ ਕਿਉਂ? ਕਾਰਨ ਹੈ ਸਰ, ਪਤਾ ਲੱਗਾ ਕਾਰਨ ਉਹਦੇ ਜਿਹੜੇ ਭਰਾ ਵੀ ਆਏ, 2 ਭਰਾ ਆਪਣੇ ਜੀ ਸੋਨੀਆ ਦੇ। ਉਹ ਕਹਿੰਦੇ ਆ ਵੀ ਡਿਪਰੈਸ਼ਨ ਕਰਕੇ ਹੋਈ ਉਹਨੇ। ਕਿਸ ਚੀਜ਼ ਦਾ ਡਿਪਰੈਸ਼ਨ ਸੀ ਇਹਦੇ ਬਾਰੇ? ਘਰ ਵਾਲੇ ਦਾ ਛੋਟਾ ਨਾ
ਤਾਂ ਮਾਨਸਿਕ ਤਣਾਅ ਯਾਨੀ ਕਿ ਡਿਪਰੈਸ਼ਨ ਦੀ ਵਜ੍ਹਾ ਦੇ ਨਾਲ ਉਹ ਦਿੱਕਤ ਦੇ ਵਿੱਚ ਸੀ ਤੇ ਖੌਫਨਾਕ ਕਦਮ ਉਹਨਾਂ ਨੇ ਚੁੱਕਿਆ ਹੈ। ਉਹਨਾਂ ਦੀ ਡੈਥ ਦੀ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ। ਅੱਗੇ ਵਧਦੇ ਹਾਂ ਤੇ ਗੱਲ ਮੋਤੀ ਲਾਲ ਵੋਹਰਾ ਦੀ, ਜਿਨ੍ਹਾਂ ਦਾ ਦੇਹਾਂਤ ਹੋ ਗਿਆ। ਕਾਂਗਰਸ ਦੇ ਵੱਡੇ ਲੀਡਰ ਮੋਤੀ ਲਾਲ ਵੋਹਰਾ ਜੀ, ਉਹਨਾਂ ਦਾ ਦੇਹਾਂਤ ਹੋ ਗਿਆ। 93 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ। ਦਿੱਲੀ ਦੇ ਇੱਕ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਕਾਂਗਰਸ ਦੇ ਸੀਨੀਅਰ ਆਗੂ ਸਨ ਮੋਤੀ ਲਾਲ ਵੋਹਰਾ, ਵੱਡੇ ਅਹੁਦਿਆਂ ਦੇ ਉੱਤੇ ਕਾਂਗਰਸ ਦੇ ਵਿੱਚ ਵੀ ਰਹੇ ਤੇ ਦੂਜੇ ਪਾਸੇ ਪ੍ਰਸ਼ਾਸਨਿਕ ਅਹੁਦੇ ਵੀ ਉਹਨਾਂ ਨੇ ਸੰਭਾਲੇ। ਮੁੱਖ ਮੰਤਰੀ ਤਾਂ ਹੋਏ ਜਾਂ ਕੇਂਦਰੀ ਮੰਤਰੀ ਦਾ ਹੋਏ, ਰਾਜਪਾਲ ਦੇ ਤੌਰ ਦੇ ਉੱਤੇ ਵੀ ਉਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ। 93 ਸਾਲ ਦੀ ਉਮਰ, ਕਾਂਗਰਸ ਦੇ ਸਭ ਤੋਂ ਸੀਨੀਅਰ ਲੀਡਰਾਂ ਦੇ ਵਿੱਚੋਂ ਇੱਕ ਮੋਤੀ ਲਾਲ ਵੋਹਰਾ, ਜਿਨ੍ਹਾਂ ਦਾ ਦੇਹਾਂਤ ਹੋ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਹਨਾਂ ਦੇ ਦੇਹਾਂਤ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਕਿ ਕਾਂਗਰਸ ਦੇ ਸੀਨੀਅਰ ਆਗੂ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੋਤੀ ਲਾਲ ਵੋਹਰਾ ਜੀ ਦੀ ਮੌਤ ਦੀ ਖਬਰ ਤੋਂ ਦੁਖੀ ਹਾਂ। ਕਾਂਗਰਸ ਦੇ ਵਿੱਚ ਹਰ ਕੋਈ ਉਹਨਾਂ ਦੀ ਘਾਟ ਮਹਿਸੂਸ ਕਰੇਗਾ। ਇਸ ਦੁੱਖ ਦੀ ਘੜੀ ਦੇ ਵਿੱਚ ਮੇਰੀਆਂ ਦੁਆਵਾਂ ਉਹਨਾਂ ਦੇ ਪਰਿਵਾਰ ਦੇ ਨਾਲ ਨੇ। RIP, ਰੈਸਟ ਇਨ ਪੀਸ, ਇਹ ਲਿਖਿਆ ਗਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਫੌਰਨ ਹਾਜ਼ਰ ਹੋਵਾਂਗੇ ਕੁਝ ਹੋਰ ਖਬਰਾਂ